Good morning students. Today we will start a new topic, Consumer Protection Act 1986. But I will discuss with you amended Act, Consumer Protection Act 2019, because it's updated topic and it is updated act. Firstly, I want to discuss with you meaning of consumer. As we know that consumer means the person who consumes goods or who purchase goods for his or her personal or final consumption. Firstly, objectives of Consumer Protection Act. First right is right to consumer education. As we know that consumer should be aware about new rights, new legal amendments, etc. So it's very important right for a consumer that he or she must be aware about current updates. The right to consumer education is an important right available to the consumer so that he can collect any information about the consumer product in the market and for proper functioning of the legal system. Second right is right to safety. Right to safety means right to protect the consumer. The consumer has a right to be protected against marketing of goods which are hazards to life and property of the consumer. ਤਾਂ ਆਪਾਂ ਕਹਿ ਸਕਦੇ ਹਾਂ ਕਿ ਕੰਜ਼ਿਊਮਰ ਕੋਲ ਕੀ ਹੋਣਾ ਚਾਹੀਦਾ, ਇੱਕ ਪ੍ਰੋਟੈਕਸ਼ਨ ਦੇ ਲਈ, ਖੁਦ ਦੀ ਪ੍ਰੋਟੈਕਸ਼ਨ ਦੇ ਲਈ ਜਾਂ ਫਿਰ ਖੁਦ ਦੀ ਸੇਫਟੀ ਦੇ ਲਈ ਕੀ ਹੋਣਾ ਚਾਹੀਦਾ, ਰਾਈਟ ਹੋਣਾ ਚਾਹੀਦਾ ਤਾਂ ਕਿ ਜੋ ਵੀ ਗੁੱਡਸ ਕੀ ਨੇਗੇ ਉਸ ਨੂੰ ਉਹਦੀ ਹੈਲਥ ਦੇ ਲਈ ਕੀ ਨੇ ਡੇਂਜਰਸ ਨੇ, ਹਜ਼ਾਰਡਸ ਨੇ, ਕੀ ਕਰ ਸਕੇ ਉਹਨਾਂ ਦੇ ਅਗੇਂਸਟ ਕੋਈ ਨਾ ਕੋਈ ਐਕਸ਼ਨ ਉਹ ਲੈ ਸਕੇ। ਥਰਡ ਰਾਈਟ ਇਜ਼ ਰਾਈਟ ਟੂ ਸੀਕ ਰੀਡਰੈਸਲ। ਸੀਕ ਰੀਡਰੈਸਲ ਦਾ ਮਤਲਬ ਕੀ ਹੁੰਦਾ ਹੈ ਵੀ ਕੋਈ ਵੀ ਇਸ ਤਰ੍ਹਾਂ ਦੇ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਜਾਂ ਫਿਰ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਜੋ ਇੱਕ ਕੰਜ਼ਿਊਮਰ ਦੇ ਅਗੇਂਸਟ ਹੋ ਰਹੇ ਨੇ ਉਹਨਾਂ ਦੇ ਅਗੇਂਸਟ ਉਹ ਕੀ ਕਰ ਸਕੇ, ਸੀਕ ਕਰ ਸਕੇ। The consumer has been given the right to seek redressal against unfair trade practices or their unscrupulous exploitations. Exploitations ਕੀ ਹੁੰਦਾ, ਕਿਸੇ ਉੱਤੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਅਤਿਆਚਾਰ ਹੋਣਾ। ਤਾਂ ਕੰਜ਼ਿਊਮਰ ਕੋਲ ਕੀ ਹੈ, ਜੇ ਉਸ ਦੇ ਨਾਲ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਹੋ ਰਹੇ ਨੇ ਜਾਂ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਹੋ ਰਹੇ ਨੇ। ਹੁਣ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਕੀ ਹੁੰਦੇ ਨੇ? ਅਨਫੇਅਰ ਟ੍ਰੇਡ ਪ੍ਰੈਕਟਿਸਿਸ ਉਹ ਹੁੰਦਾ ਹੈ ਜਿਵੇਂ ਦੇਖੋ 2 ਜਾਂ 3 ਕੰਪਨੀਜ਼ ਮਿਲ ਕੇ ਕੀ ਕਰ ਲੈਂਦੇ ਨੇ, ਇੱਕ ਕਾਰਟਲ ਫਿਕਸ ਕਰ ਲੈਂਦੇ ਨੇ ਵੀ ਆਪਾਂ ਇਸ ਰੇਟ ਤੋਂ ਘੱਟ ਰੇਟ 'ਤੇ ਦੇਣਾ ਹੀ ਨਹੀਂ ਮਾਰਕੀਟ ਦੇ ਵਿੱਚ। ਤਾਂ ਇੱਕ ਕੀ ਹੈ, ਕੰਜ਼ਿਊਮਰ ਦੇ ਲਈ ਕੀ ਇੱਕ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਬਣ ਜਾਂਦਾ ਹੈ। ਨੈਕਸਟ ਕੀ ਹੈ, ਰਾਈਟ ਟੂ ਬੀ ਹੀਅਰਡ। ਰਾਈਟ ਟੂ ਬੀ ਹੀਅਰਡ ਆਲਸੋ ਇਨਕਲੂਡਸ ਅ ਰਾਈਟ ਟੂ ਬੀ ਸ਼ੋਰ ਦੈਟ ਕੰਜ਼ਿਊਮਰ ਇੰਟਰਸਟ ਵਿਲ receive due consideration at appropriate forum. Consumer dispute should be resolved in a fair and expeditious manners। ਠੀਕ ਹੈ। ਰਾਈਟ ਟੂ ਬੀ ਹੀਅਰ ਮਤਲਬ ਕੀ ਹੈ, ਆਪਾਂ ਅੱਗੇ ਫਰਦਰ ਡਿਟੇਲ ਦੇ ਵਿੱਚ ਕਰਾਂਗੇ ਕੀ ਨੇਗੀਆਂ ਬੋਡੀਜ਼ ਬਣੀਆਂ ਹੋਈਆਂ ਨੇ ਨੈਸ਼ਨਲ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਸਟੇਟ ਲੈਵਲ 'ਤੇ, ਜੋ ਕੀ ਕਰਦੀਆਂ ਨੇ ਵੀ ਇਨ ਕੇਸ ਕੰਜ਼ਿਊਮਰ ਨੂੰ ਜ਼ਰੂਰਤ ਹੈ ਤਾਂ ਉਹ ਕੀ ਕਰ ਸਕਦਾ, ਉੱਥੇ ਜਾ ਕੇ ਸਿਊ ਕਰ ਸਕਦਾ ਜਿਸ ਨੂੰ ਉਹਨਾਂ ਕੀ ਕੀਤਾ, ਐਕਸਪਲੋਇਟੇਸ਼ਨ ਕੀਤਾ ਜਾਂ ਉਸ ਦੇ ਅਗੇਂਸਟ ਕਿਸੇ ਨੇ ਕੁਛ ਕੀਤਾ। ਤਾਂ ਕੰਜ਼ਿਊਮਰ ਕੋਲ ਰਾਈਟ ਹੈ। ਇਹਨਾਂ 3 ਬੋਡੀਜ਼ ਬਣੀਆਂ ਹੋਈਆਂ ਨੇ, ਇੱਕ ਡਿਸਟ੍ਰਿਕਟ ਲੈਵਲ 'ਤੇ, ਇੱਕ ਸਟੇਟ ਲੈਵਲ 'ਤੇ, ਇੱਕ ਨੈਸ਼ਨਲ ਲੈਵਲ 'ਤੇ। ਨੈਕਸਟ ਕੀ ਹੈ, ਰਾਈਟ ਟੂ ਚੂਜ਼। ਵੀ ਨੋ ਦੈਟ ਦੇਰ ਆਰ ਨੰਬਰ ਆਫ ਵਰਾਇਟੀਜ਼ ਫਾਰ ਏ ਪਰਟੀਕੂਲਰ ਪ੍ਰੋਡਕਟ ਇਨ ਦਾ ਮਾਰਕੀਟ। ਆਪਾਂ ਇੱਕ ਪ੍ਰੋਡਕਟ ਲੈਣ ਜਾ ਰਹੇ ਹਾਂ ਮਾਰਕੀਟ ਦੇ ਵਿੱਚ, ਬਟ ਆਪਾਂ ਨੂੰ ਕੀ ਮਿਲ ਜਾਂਦੇ ਨੇ, ਨੰਬਰ ਆਫ ਵਰਾਇਟੀਜ਼ ਮਿਲ ਜਾਂਦੇ ਨੇ ਇੱਕ ਪ੍ਰੋਡਕਟ ਦੀਆਂ। ਤਾਂ ਆਪਣੇ ਕੋਲ ਕੀ ਰਾਈਟ ਹੈ, ਰਾਈਟ ਟੂ ਚੂਜ਼। ਕੰਜ਼ਿਊਮਰ ਕੋਲ ਕੀ ਰਾਈਟ ਹੈ ਵੀ ਉਹ ਇੱਕ ਕੀ ਕਰ ਸਕਦਾ, ਆਪਣਾ ਪਸੰਦ ਦਾ ਪ੍ਰੋਡਕਟ ਜਿਹੜਾ ਉਹ ਚੂਜ਼ ਕਰ ਸਕਦਾ ਮਾਰਕੀਟ ਦੇ ਵਿੱਚ। ਨੈਕਸਟ ਕੀ ਹੈ, ਰਾਈਟ ਟੂ ਇਨਫੋਰਮੇਸ਼ਨ। ਰਾਈਟ ਟੂ ਇਨਫੋਰਮੇਸ਼ਨ ਜਿਵੇਂ ਦੇਖੋ RTI ਐਕਟ ਵੀ ਆਪਾਂ ਕਰਾਂਗੇ, RTI ਐਕਟ 2005, ਉਸ ਦੇ ਵਿੱਚ ਕੀ ਹੁੰਦਾ ਵੀ ਆਪਾਂ ਨੂੰ ਕਿਸੇ ਵੀ ਟੋਪਿਕ ਦੀ ਜਾਂ ਕਿਵੇਂ ਦੀ ਵੀ ਕੋਈ ਇਨਕੁਆਇਰੀ ਕਰੇ ਤਾਂ ਆਪਣੇ ਕੋਲ RTI ਆਪਾਂ ਕੀ ਕਰ ਸਕਦੇ ਹਾਂ, ਫਾਈਲ ਕਰ ਸਕਦੇ ਹਾਂ। ਤੁਸੀਂ ਨਾਲ ਰਿਲੇਟਡ ਆਪਾਂ ਇਨਫੋਰਮੇਸ਼ਨ ਉਹ ਕਲੈਕਟ ਕਰ ਸਕਦੇ। ਤਾਂ ਕੰਜ਼ਿਊਮਰ ਕੋਲ ਵੀ ਇੱਕ ਰਾਈਟ ਹੈਗਾ ਇਨਫੋਰਮੇਸ਼ਨ ਨੂੰ ਰਿਸੀਵ ਕਰਨ ਦਾ। ਤਾਂ ਦੇਖੋ ਜਿਹੜੀ ਤੁਹਾਡੀ ਬੁੱਕਸ ਦੇ ਵਿੱਚ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਹੈ, ਬਟ ਹੁਣ ਇੱਕ ਅਮੈਂਡਡ ਐਕਟ ਆ ਚੁੱਕਿਆ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019, ਜਿਸ ਦੇ ਵਿੱਚ ਸਾਰੀਆਂ ਕੀ ਨੇ ਅਮੈਂਡਮੈਂਟਸ ਨੇ। ਉਹ ਅਮੈਂਡਮੈਂਟਸ ਭਾਵੇਂ ਕਿਸ ਦੀਆਂ ਹੋਣ, ਅਮਾਊਂਟ ਦੀਆਂ ਹੋਣ ਵੀ ਕਿੰਨੀ ਅਮਾਊਂਟ ਤੱਕ ਠੀਕ ਹੈ ਕੰਜ਼ਿਊਮਰ ਨੂੰ ਪ੍ਰੋਟੈਕਸ਼ਨ ਮਿਲੀ ਹੈ ਜਾਂ ਈਚ ਐਂਡ ਐਵਰੀਥਿੰਗ ਇਜ਼ ਅਪਡੇਟਡ। ਤਾਂ ਤੁਹਾਡੇ ਲਈ ਸਾਰਿਆਂ ਦੇ ਲਈ ਕੀ ਜ਼ਰੂਰੀ ਹੈ ਵੀ ਤੁਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੀ ਜਗ੍ਹਾ 'ਤੇ ਆਪਾਂ ਨੇ ਕੀ ਕਰਨਾ ਹੈ 2019 ਕਰਨਾ, ਕਿਉਂਕਿ ਇਹੀ ਕੀ ਹੈ ਅਮੈਂਡਡ ਐਕਟ ਹੈ। ਤਾਂ ਆਪਾਂ ਨੂੰ 1986 ਦੀ ਜਗ੍ਹਾ 'ਤੇ ਕਿਹੜਾ ਐਕਟ ਕਰਨ ਦੀ ਜ਼ਰੂਰਤ ਹੈ, 2019 from exam point of view। Next topic is definitions. First is who can file a complaint। ਕੰਪਲੇਂਟ ਕੌਣ ਫਾਈਲ ਕਰ ਸਕਦੇ ਨੇ। ਕੰਪਲੇਂਟ ਕੈਨ ਬੀ ਫਾਈਲਡ ਬਾਈ ਅ ਕੰਪਲੇਨੈਂਟ, ਜਿਸ ਨੂੰ ਲਾਈਕ ਕੰਜ਼ਿਊਮਰ ਹੈ, ਕੰਜ਼ਿਊਮਰ ਨੂੰ ਕੀ ਲੱਗ ਰਿਹਾ ਕਿ ਮੇਰੇ ਨਾਲ ਕੁਛ ਕੀ ਹੋ ਰਿਹਾ, ਅਨਫੇਅਰ ਹੋ ਰਿਹਾ, ਤਾਂ ਉਹ ਕੀ ਕਰ ਸਕਦਾ, ਕੰਪਲੇਨ ਕਰ ਸਕਦਾ ਜਾ ਕੇ। ਫਸਟ ਅ ਕੰਜ਼ਿਊਮਰ ਕਰ ਸਕਦਾ ਹੈ, ਔਰ ਐਨੀ ਵੋਲੰਟਰੀ ਕੰਜ਼ਿਊਮਰ ਐਸੋਸੀਏਸ਼ਨ ਰਜਿਸਟਰਡ ਅੰਡਰ ਕੰਪਨੀਜ਼ ਐਕਟ 1956 ਔਰ ਅੰਡਰ ਐਨੀ ਅਦਰ ਲਾਅ ਫॉर ਟਾਈਮ ਬੀਇੰਗ ਇਨ ਫੋਰਸ। ਜਾਂ ਫਿਰ ਕੋਈ ਵੀ ਕੰਜ਼ਿਊਮਰ ਐਸੋਸੀਏਸ਼ਨ ਜੋ ਕਿਵੇਂ ਨਾ ਕਿਵੇਂ ਕੀ ਹੈ ਕਿਸੇ ਨਾ ਕਿਸੇ ਐਕਟ ਦੇ ਅੰਡਰ ਕੀ ਹੈ ਇਸਟੈਬਲਿਸ਼ਡ ਹੋਈ ਹੋਈ ਹੈ, ਉਹ ਵੀ ਕੀ ਕਰ ਸਕਦੀ ਹੈ ਜਾ ਕੇ ਕੰਪਲੇਨ ਹੈ ਜਿਹੜੀ ਉਹ ਫਾਈਲ ਕਰ ਸਕਦੀ ਹੈ। ਥਰਡ ਕੌਣ ਹੋ ਗਿਆ, ਸੈਂਟਰਲ ਗਵਰਨਮੈਂਟ ਔਰ ਐਨੀ ਸਟੇਟ ਗਵਰਨਮੈਂਟ।
then one or more consumers where there are numerous consumers having the same interest, like two or three or four persons are buying the same product, then they can make their cartel and can file any complaint against the producer or against the seller or against the advertiser। ठीक है, ਜ਼ਰੂਰੀ ਨਹੀਂ ਹੈਗਾ ਵੀ ਇੱਕ ਪ੍ਰੋਡਿਊਸਰ ਦੇ ਅਗੇਂਸਟ ਹੀ ਫਾਈਲ ਹੋ ਸਕਦਾ ਪ੍ਰੋਡਿਊਸਰ ਦਾ ਪ੍ਰੋਡਕਟ ਐਡਵਰਟਾਈਜ਼ ਕਰਨ ਵਾਲਾ ਕੀ ਕਰ ਰਿਹਾ ਹੋਵੇ, ਗਲਤ ਐਡਵਰਟਾਈਜ਼ ਕਰ ਰਿਹਾ ਹੋਵੇ ਤਾਂ ਉਸ ਦੇ ਅਗੇਂਸਟ ਵੀ ਕੀ ਹੋ ਸਕਦੇ ਹੈ, ਫਾਈਲ ਸੂਟ ਹੋ ਸਕਦੀ ਹੈ। ਨੈਕਸਟ, ਇਨ ਕੇਸ ਆਫ ਡੈਥ ਆਫ ਕੰਜ਼ਿਊਮਰ ਹਿਜ਼ ਲੀਗਲ ਹੀਅਰ ਔਰ ਰਿਪਰੈਜ਼ੈਂਟੇਟਿਵ। ਜੀ ਕਈ ਵਾਰ ਕੀ ਹੋ ਜਾਂਦਾ, ਇਨ ਕੇਸ ਕੰਜ਼ਿਊਮਰ ਦੀ ਡੈਥ ਹੋ ਜਾਂਦੀ ਹੈ, ਕੋਈ ਜ਼ਿਆਦਾ ਹੀ ਹਜ਼ਾਰਸ ਪ੍ਰੋਡਕਟਸ ਦੇ ਉੱਤੇ ਲਈ, ਤਾਂ ਉਸਦਾ ਲੀਗਲ ਰਿਪਰੈਜ਼ੈਂਟੇਟਿਵ ਵੀ ਕਰ ਸਕਦਾ, ਕੰਪਲੇਨ ਕਰ ਸਕਦਾ ਹੈ। ਨੈਕਸਟ ਇਜ਼ ਕੰਪਲੇਂਟ। ਕੰਪਲੇਂਟ ਕਿਸ ਕੇਸ ਦੇ ਵਿੱਚ ਕਰ ਸਕਦਾ ਹੈ? ਫਸਟ ਕੀ ਹੈ, ਐਨੀ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸ ਔਰ ਅਨਫੇਅਰ ਟ੍ਰੇਡ ਪ੍ਰੈਕਟਿਸ ਅਡੋਪਟਡ ਬਾਈ ਐਨੀ ਟ੍ਰੇਡਰ ਔਰ ਸਰਵਿਸ ਪ੍ਰੋਵਾਈਡਰ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਜਾਂ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਕੀ ਹੁੰਦੇ ਨੇ। ਅਨਫੇਅਰ ਟ੍ਰੇਡ ਪ੍ਰੈਕਟਿਸਿਸ ਲਾਈਕ ਕੀ ਹੋਇਆ, ਪ੍ਰੋਡਕਟ ਜਿਹੜਾ ਬਹੁਤ ਹੀ ਚੀਪ ਕੁਆਲਿਟੀ ਦਾ ਬਟ ਚਾਰਜਸ ਕੀ ਹੋ ਰਹੇ ਨੇ, ਬਹੁਤ ਜ਼ਿਆਦਾ ਹਾਈ ਹੋ ਰਹੇ ਨੇ ਉਸ ਦੇ ਉੱਪਰ, ਤਾਂ ਉਹ ਕੀ ਕਰ ਸਕਦੇ, ਉਹਦੇ ਨਾਲ ਕੀ ਹੋ ਗਿਆ, ਅਨਫੇਅਰ ਟ੍ਰੇਡ ਪ੍ਰੈਕਟਿਸ ਹੋ ਗਿਆ। ਜਾਂ ਫਿਰ ਮਾਰਕੀਟ ਦੇ ਵਿੱਚ 3 ਔਰ 4 ਫਾਰਮਸ ਮਿਲ ਕੇ ਕੀ ਕਰ ਰਹੇ ਨੇ, ਡੋਮੀਨੇਟ ਕਰ ਰਹੇ ਨੇ ਆਪਸ ਦੇ ਵਿੱਚ, ਇੱਕ ਕਾਰਟਲ ਕ੍ਰੀਏਟ ਕਰ ਲਿਆ ਕਿ ਆਪਾਂ ਨੇ ਇਸ ਤੋਂ ਬਿਲੋ ਇਸ਼ੂ ਹੀ ਨਹੀਂ ਕਰਨਾ ਪ੍ਰੋਡਕਟ, ਤਾਂ ਉਹ ਕੀ ਹੋ ਗਿਆ, ਇੱਕ ਅਨਫੇਅਰ ਜਾਂ ਫਿਰ ਇੱਕ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸ ਹੋ ਗਿਆ। ਤਾਂ ਇਸ ਦੇ ਲਈ ਕੀ ਕਰ ਸਕਦਾ, ਕੰਪਲੇਨ ਕਰ ਸਕਦਾ। ਡਿਫੈਕਟਿਵ ਗੁੱਡਸ ਮਿਲ ਰਹੇ ਨੇ ਇਨ ਕੇਸ ਉਹਨੂੰ, ਠੀਕ ਹੈ, ਜੋ ਸੈਂਪਲ ਦੇ ਵਿੱਚ ਦਿਖਾਇਆ ਉਹ ਮੈਚ ਨਹੀਂ ਕਰ ਰਿਹਾ ਰੀਅਲ ਦੇ ਨਾਲ। ਜਾਂ ਫਿਰ ਡੈਫੀਸ਼ੀਐਂਸੀ ਇਨ ਸਰਵਿਸਿਜ਼, ਲਾਈਕ ਉਹਨੇ ਕੀ ਕਿਹਾ ਸੀ ਕਿ ਨਾਲ ਤੁਹਾਨੂੰ ਸਰਵਿਸ ਦੇ ਨਾਲ ਕੀ ਹੋਏਗੀ, ਡਿਲੀਵਰੀ ਦੀ ਸਰਵਿਸ ਫਰੀ ਦੇ ਵਿੱਚ ਦੇਵਾਂਗੇ, ਬਟ ਇਨ ਕੇਸ ਉਹ ਰੀਅਲ ਦੇ ਵਿੱਚ ਐਗਜ਼ਿਸਟ ਨਹੀਂ ਕਰ ਪਾ ਰਹੇ, ਤਾਂ ਉਹ ਕੀ ਹੋ ਗਿਆ, ਡੈਫੀਸ਼ੀਐਂਸੀ ਇਨ ਸਰਵਿਸ ਹੋ ਗਿਆ। ਦੈਨ ਚਾਰਜਿੰਗ ਆਫ ਐਕਸੈਸ ਪ੍ਰਾਈਸ ਫਾਰ ਗੁੱਡਸ ਔਰ ਸਰਵਿਸਿਜ਼, ਠੀਕ ਹੈ, ਜੋ ਰੇਟ ਸੀ ਉਹਦੇ ਤੋਂ ਐਕਸੈਸ ਪ੍ਰਾਈਸ ਚਾਰਜ ਕਰ ਰਹੇ ਨੇ, ਤਾਂ ਵੀ ਉਹ ਕੀ ਕਰ ਸਕਦਾ, ਕੰਪਲੇਨ ਕਰ ਸਕਦਾ ਹੈ। ਆਫਰਿੰਗ ਆਫ ਗੁੱਡਸ ਐਂਡ ਸਰਵਿਸਿਜ਼ ਦੈਟ ਆਰ ਹਜ਼ਾਰਡਸ ਟੂ ਲਾਈਫ ਐਂਡ ਸੇਫਟੀ, ਉਹ ਸਾਰੀਆਂ ਗੁੱਡਸ ਐਂਡ ਸਰਵਿਸਿਜ਼ ਨੂੰ ਆਫਰ ਕਰ ਦੇਣਾ ਜੋ ਇੱਕ ਪੀਪਲ ਦੀ ਲਾਈਫ ਦੇ ਲਈ ਜਾਂ ਉਹਦੀ ਸੇਫਟੀ ਦੇ ਲਈ ਕਿੰਨੇ ਬਹੁਤ ਜ਼ਿਆਦਾ ਡੇਂਜਰਸ ਨੇ, ਠੀਕ ਹੈ। ਤਾਂ ਇਹ ਸਾਰੇ ਆਪਾਂ ਕੀ ਕਰ ਸਕਦੇ ਹਾਂ, ਕੰਪਲੇਨ ਕਰ ਸਕਦੇ ਹਾਂ। ਨੈਕਸਟ ਕਲਾਸ ਦੇ ਵਿੱਚ ਆਪਾਂ ਨੈਕਸਟ ਟੋਪਿਕਸ ਕਰਾਂਗੇ। ਥੈਂਕ ਯੂ।